ਇੱਕ ਸ਼ਹਿਰ ਵਿੱਚ ਇੱਕ ਮੱਖਣ ਨਾਂ ਦਾ ਵਪਾਰੀ ਰਹਿੰਦਾ ਸੀ। ਉਸ ਦੀ ਕਮਾਈ ਦਾ ਇੱਕੋ ਸਾਧਨ ਸੀ ਉਸ ਦੀ ਦੁਕਾਨ। ਉਸ ਦਾ ਇਕਲੌਤਾ ਬੇਟਾ ਸੰਦੀਪ ਵੱਡਾ ਹੋ ਰਿਹਾ ਸੀ। ਸੰਦੀਪ ਬਹੁਤ ਭੋਲਾ ਸੀ। ਉਸ ਨੂੰ ਦੁਨੀਆਦਾਰੀ ਦੀ ਸਮਝ ਬਹੁਤ ਘੱਟ ਸੀ। ਮੱਖਣ ਦੀ ਪਤਨੀ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਚੱਲ ਵਸੀ। ਮੱਖਣ ਵੀ ਬੁੱਢਾ ਹੁੰਦਾ ਜਾ ਰਿਹਾ ਸੀ। ਪਤਾ ਨਹੀਂ ਕਦੋਂ ਉਸ ਦੇ ਸਾਹ ਰੁਕ ਜਾਣੇ। ਇੱਕ ਦਿਨ ਉਸ ਨੇ ਆਪਣੇ ਬੇਟੇ ਸੰਦੀਪ ਨੂੰ ਬੁਲਾ ਕੇ ਕਿਹਾ, ਸੰਦੀਪ ਮੇਰੇ ਪਿਆਰੇ ਬੇਟੇ, ਉਹ ਦਿਨ ਕਦੇ ਵੀ ਆ ਸਕਦਾ ਹੈ ਜਦੋਂ ਮੈਂ ਅਚਾਨਕ ਇਸ ਦੁਨੀਆ ਦਾ ਹੋ ਜਾਵਾਂ। ਉਦੋਂ ਤੈਨੂੰ ਹੀ ਦੁਕਾਨ ਸੰਭਣੀ ਪਵੇਗੀ। ਜੋ ਵੀ ਹੋਵੇ, ਜਦੋਂ ਤੱਕ ਤੂੰ ਹੱਡ ਤੋੜ ਮਿਹਨਤ ਨਹੀਂ ਕਰੇਗਾ ਉਦੋਂ ਤੱਕ ਖਾਣ ਪੀਣ ਜੋਗੀ ਆਮਦਨ ਵੀ ਨਹੀਂ ਹੋ ਪਾਵੇਗੀ। ਮੈਂ ਚਾਹੁੰਦਾ ਹਾਂ ਕਿ ਤੇਰਾ ਜੀਵਨ ਸੁਖੀ ਹੋਵੇ। ਇਸ ਲਈ ਤੈਨੂੰ ਵਾਅਦਾ ਕਰਨਾ ਹੋਵੇਗਾ ਕਿ ਤੂੰ ਮੇਰੇ 3 ਵਚਨਾਂ ਦਾ ਪਾਲਣ ਕਰੇਗਾ। ਕੀ ਤੂੰ ਕਰ ਪਾਵੇਂਗਾ? ਜ਼ਰੂਰ ਪਿਤਾ ਜੀ, ਆਗਿਆਕਾਰੀ ਸੰਦੀਪ ਨੇ ਕਿਹਾ। ਦੱਸੋ ਮੈਨੂੰ ਕੀ ਕਰਨਾ ਹੋਵੇਗਾ? ਮੱਖਣ ਬੋਲਿਆ, ਪਹਿਲਾ, ਘਰ ਤੋਂ ਦੁਕਾਨ ਦੇ ਵਿਚਾਲੇ ਧੁੱਪ ਵਿੱਚ ਨਹੀਂ ਤੁਰਨਾ। ਦੂਜਾ, ਭੋਜਨ ਵਿੱਚ ਸਿਰਫ ਚੌਲ ਹੀ ਖਾਣੇ। ਤੀਜਾ, ਵਿਆਹ ਕਰੋ ਤਾਂ ਹਰ ਹਫ਼ਤੇ ਇੱਕ ਨਵੀਂ ਪਤਨੀ ਲੈ ਆਉਣਾ। ਉਸ ਦੇ ਪਿਤਾ ਨੇ ਪਿਆਰ ਨਾਲ ਕਿਹਾ। ਇੱਕ ਆਗਿਆਕਾਰੀ ਬੇਟੇ ਦੀ ਤਰ੍ਹਾਂ ਸੰਦੀਪ ਨੇ ਪਿਤਾ ਜੀ ਦੇ 3 ਵਚਨਾਂ ਦੇ ਪਾਲਣ ਦੀ ਪ੍ਰਵਾਨਗੀ ਦੇ ਦਿੱਤੀ। ਉਸ ਨੇ ਕਿਹਾ, ਪਿਤਾ ਜੀ, ਮੈਂ ਤੁਹਾਡੇ ਵਚਨਾਂ ਦਾ ਪਾਲਣ ਕਰਾਂਗਾ, ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹਨਾਂ ਤੋਂ ਮੈਨੂੰ ਕੀ ਸਹਾਇਤਾ ਮਿਲੇਗੀ। ਮੱਖਣ ਨੇ ਕਿਹਾ, ਸਮਾਂ ਤੈਨੂੰ ਸਭ ਕੁਝ ਦੱਸ ਦੇਵੇਗਾ। ਮੇਰੇ ਪੁੱਤ, ਹੁਣ ਚਿੰਤਾ ਕਰਨ ਦੀ ਲੋੜ ਨਹੀਂ। ਮੱਖਣ ਜ਼ਿਆਦਾ ਦਿਨਾਂ ਤੱਕ ਜੀਵਤ ਨਹੀਂ ਰਿਹਾ। ਇੱਕ ਦਿਨ ਦੁਕਾਨ ਤੋਂ ਵਾਪਸ ਆਉਂਦੇ ਹੀ ਉਸ ਦੀ ਮੌਤ ਹੋ ਗਈ। ਰੀਤਾਂ ਰਸਮਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੰਦੀਪ ਬੈਠਾ ਸੀ। ਉਸ ਨੂੰ ਪਿਤਾ ਜੀ ਨੂੰ ਦਿੱਤੇ 3 ਵਚਨ ਯਾਦ ਆ ਗਏ। ਘਰ ਤੇ ਦੁਕਾਨ ਵਿਚਾਲੇ ਧੁੱਪ ਵਿੱਚ ਨਹੀਂ ਤੁਰਨਾ। ਸੰਦੀਪ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਪਿਤਾ ਜੀ ਦਾ ਕੀ ਮਤਲਬ ਸੀ। ਦੁਕਾਨ ਘਰ ਤੋਂ ਬਹੁਤ ਹੀ ਦੂਰ ਨਹੀਂ ਸੀ, ਇਸ ਲਈ ਉਸ ਨੇ ਘਰ ਤੋਂ ਦੁਕਾਨ ਤੱਕ ਪੂਰੀ ਗਲੀ ਵਿੱਚ ਟੈਂਟ ਲਗਾ ਦਿੱਤਾ। ਇਸ ਨਾਲ ਪੂਰੀ ਗਲੀ ਵਿੱਚ ਘਰ ਤੋਂ ਦੁਕਾਨ ਤੱਕ ਛਾਂ ਹੋ ਗਈ ਤੇ ਦਿਨ ਵਿੱਚ ਕਿਸੇ ਵੀ ਸਮੇਂ ਉਸ ਨੂੰ ਦੁਕਾਨ ਤੱਕ ਧੁੱਪ ਵਿੱਚ ਨਹੀਂ ਜਾਣਾ ਪਿਆ। ਉਸ ਨੂੰ ਟੈਂਟ ਲਗਾਉਣ ਵਿੱਚ ਕਾਫੀ ਪੈਸਾ ਖਰਚ ਕਰਨਾ ਪਿਆ। ਇਸ ਕਰਕੇ ਸੰਦੀਪ ਦੇ ਦੋਸਤ ਇਸ ਫਜ਼ੂਲ ਖਰਚੀ ਤੇ ਉਸ ਦਾ ਮਜ਼ਾਕ ਉਡਾਉਣ ਲੱਗੇ। ਸੰਦੀਪ ਸਿਰਫ ਇਹੀ ਕਹਿੰਦਾ ਕਿ ਮੈਂ ਤਾਂ ਪਿਤਾ ਜੀ ਨੂੰ ਦਿੱਤਾ ਆਪਣਾ ਵਚਨ ਪੂਰਾ ਕੀਤਾ ਹੈ। ਹੁਣ ਉਸ ਨੂੰ ਪਿਤਾ ਜੀ ਦਾ ਦੂਜਾ ਵਚਨ ਯਾਦ ਆਇਆ। ਰੋਜ਼ਾਨਾ ਭੋਜਨ ਵਿੱਚ ਸਿਰਫ ਚੌਲ ਹੀ ਖਾਣੇ ਹਨ। ਸੰਦੀਪ ਨੂੰ ਇਸ ਵਚਨ ਦਾ ਪਾਲਣ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਲੱਗਿਆ। ਹਾਲਾਂਕਿ ਕੁਝ ਦਿਨਾਂ ਬਾਅਦ ਉਹ ਇਸ ਤੋਂ ਉੱਭਣ ਲੱਗਾ। ਕਦੇ-ਕਦੇ ਉਸ ਦੇ ਦੋਸਤ ਉਸ ਨੂੰ ਆਪਣੇ ਘਰ ਭੋਜਨ ਤੇ ਬੁਲਾਵਾ ਭੇਜ ਦਿੰਦੇ ਤਾਂ ਉਹ ਮਨਾ ਕਰ ਦਿੰਦਾ। ਜੇ ਉਹ ਚੌਲ ਤੋਂ ਬਿਨਾਂ ਖਾਣੇ ਵਿੱਚ ਹੋਰ ਦਿੰਦੇ ਤਾਂ ਇਸ ਵਿਚਾਰ ਦੇ ਹੁੰਦੇ ਹੀ ਉਹ ਪਰੇਸ਼ਾਨ ਹੋ ਜਾਂਦਾ। ਮੈਂ ਪਿਤਾ ਜੀ ਨੂੰ ਦਿੱਤੇ ਵਚਨ ਦਾ ਪਾਲਣ ਨਹੀਂ ਕਰ ਪਾਵਾਂਗਾ। ਜੋ ਵੀ ਹੋਵੇ, ਉਸ ਨੇ ਆਪਣੇ ਦੋਸਤਾਂ ਨੂੰ ਪਿਤਾ ਜੀ ਨੂੰ ਦਿੱਤੇ ਵਚਨ ਦਾ ਰਹੱਸ ਨਹੀਂ ਦੱਸਿਆ। ਬਹੁਤ ਸਾਰੇ ਕੁਆਰੀਆਂ ਕੁੜੀਆਂ ਦੇ ਮਾਤਾ-ਪਿਤਾ ਉਸ ਕੋਲ ਵਿਆਹ ਦਾ ਪ੍ਰਸਤਾਵ ਲੈ ਕੇ ਆਏ, ਪਰ ਉਸ ਦੀ ਸ਼ਰਤ ਸੁਣ ਕੇ ਹੈਰਾਨ ਰਹਿ ਗਏ। ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰ ਲਵਾਂਗਾ, ਪਰ ਉਹ ਸਿਰਫ 1 ਹਫ਼ਤੇ ਲਈ ਹੀ ਮੇਰੀ ਪਤਨੀ ਰਹੇਗੀ। ਕੁੜੀਆਂ ਦੇ ਮਾਤਾ-ਪਿਤਾ ਇਹ ਸੁਣ ਕੇ ਗੁੱਸੇ ਤੇ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ। ਸੰਦੀਪ ਦੀ ਇਹ ਅਜੀਬ ਸ਼ਰਤ ਤੋਂ ਦੁਖੀ ਹੋ ਕੇ ਵਿਆਹ ਲਾਇਕ ਕੁੜੀਆਂ ਦੇ ਮਾਤਾ-ਪਿਤਾ ਉਸ ਤੋਂ ਦੂਰ ਹੀ ਰਹਿਣ ਲੱਗੇ। ਛੇਤੀ ਹੀ ਉਹ ਪੂਰੇ ਸ਼ਹਿਰ ਵਿੱਚ ਹਾਸੇ ਦਾ ਪਾਤਰ ਬਣ ਗਿਆ। ਰਜਨੀ ਨੂੰ ਸੰਦੀਪ ਦੀ ਇਸ ਅਜੀਬ ਸ਼ਰਤ ਦੇ ਬਾਰੇ ਪਤਾ ਲੱਗਿਆ। ਉਹ ਉਸ ਦੀ ਇਸ ਦ੍ਰਿੜਤਾ ਤੋਂ ਬਹੁਤ ਪ੍ਰਭਾਵਿਤ ਹੋਈ। ਉਸ ਨੇ ਉਸ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਤੇ ਆਪਣੇ ਮਾਤਾ-ਪਿਤਾ ਨੂੰ ਆਪਣੇ ਫੈਸਲੇ ਬਾਰੇ ਦੱਸਿਆ। ਇਹ ਸੁਣ ਕੇ ਉਸ ਦੇ ਮਾਤਾ-ਪਿਤਾ ਭੈਭੀਤ ਹੋ ਗਏ ਤੇ ਕਿਹਾ, 1 ਹਫ਼ਤੇ ਬਾਅਦ ਉਹ ਤੈਨੂੰ ਘਰੋਂ ਕੱਢ ਦੇਵੇਗਾ ਤਾਂ ਤੇਰਾ ਕੀ ਹੋਵੇਗਾ? ਬੇਵਕੂਫੀ ਨਾ ਕਰ ਰਜਨੀ, ਅਸੀਂ ਤੇਰੇ ਲਈ ਕੋਈ ਹੋਰ ਮੁੰਡਾ ਲੱਭ ਲਵਾਂਗੇ। ਰਜਨੀ ਨੇ ਬੜੇ ਹੀ ਵਿਸ਼ਵਾਸ ਨਾਲ ਕਿਹਾ, ਉਹ ਮੈਨੂੰ ਨਹੀਂ ਕੱਢੇਗਾ, ਬਸ ਤੁਸੀਂ ਵੇਖਦੇ ਜਾਓ। ਉਸ ਦੇ ਮਾਤਾ-ਪਿਤਾ ਨੇ ਸੰਦੀਪ ਨੂੰ ਰਜਨੀ ਨਾਲ ਮਿਲਣ ਲਈ ਆਪਣੇ ਘਰ ਬੁਲਾ ਲਿਆ। ਸੰਦੀਪ ਰਜਨੀ ਦੀ ਸੁੰਦਰਤਾ ਤੇ ਉਸ ਦੇ ਮਿੱਠੇ ਵਿਵਹਾਰ ਤੋਂ ਬਹੁਤ ਪ੍ਰਭਾਵਿਤ ਹੋਇਆ। ਸੰਦੀਪ ਨੇ ਰਜਨੀ ਨੂੰ ਪਿਤਾ ਜੀ ਦੇ ਉਹਨਾਂ 3 ਵਚਨਾਂ ਬਾਰੇ ਦੱਸਿਆ ਤੇ ਕਿਹਾ,
मैं अपने पिता जी नाल कीता वादा कदे नहीं तोड़ांगा। रजनी मुस्कुराते हुए बोली, मैं सब जानती हाँ, घबराओ नहीं। संदीप दे सारे दोस्त विआह विच शामिल होए। रजनी दे माता पिता ने शाही भोजन दिता। रिवाज के अनुसार संदीप नूं भोजन तो तुरंत बाद अपनी पत्नी नूं अपने घर लैके जाना सी। दोस्त ते रिश्तेदार लाड़ा ते लाड़ी नूं शुभकामनावां नाल उस दे घर तक छड्ड के आए। किन्ना दुख होवेगा जदों एक हफ्ते बाद रजनी नूं वापस जाना पवेगा। वो आपस विच गल्लां करदे उदास हो गए। हौली हौली 7 दिन बीत गए। 7वें दिन दुकान तो वापस आके संदीप परेशान जिहा लग रहा सी। रजनी ने देख लिया, पर वो घर दा काम इस तरह कर रही सी मन्नो जिवें उस नूं कुछ नहीं होया। कल मैनू इस नूं घरों कड्ढना पएगा। मैं पिता जी नूं दिता वचन किवें तोड़ सकदा हां। ये विचार संदीप नूं सारी रात परेशान करदा रहा। सवेर हो गई। संदीप जाण लई तैयार हो गया। संदीप ने रजनी नूं कहा कि तू तैयार है रजनी, अज मैं किते नहीं जा रही हाँ। रजनी ने भोलेपन नाल उत्तर दिता। संदीप ने कहा, मैं तैनू घर वापस छड्ड के आउणा है। तैनू तां पता ही है कि मैं अपने पिता जी नूं ये वचन दिता सी ते मैं इस नूं तोड़ नहीं सकदा। रजनी ने टिप्पणी की कि तुसी किन्ने मूर्ख हो। तुहाडे पिता जी ज्ञानी सन ते नाल ही दरिया दिल भी। ਇਹ ਸੋਚਣਾ ਮੂਰਖਤਾ ਹੈ ਕਿ ਤੁਹਾਡੇ ਪਿਤਾ ਜੀ ਤੁਹਾਨੂੰ ਅਜਿਹਾ ਕੰਮ ਕਰਨ ਲਈ ਕਹਿਣਗੇ ਜਿਸ ਨਾਲ ਤੁਸੀਂ ਸ਼ਹਿਰ ਭਰ ਵਿੱਚ ਹਾਸੇ ਦੇ ਪਾਤਰ ਬਣ ਜਾਵੋਗੇ। ਸੰਦੀਪ ਜੋ ਬਚਪਨ ਤੋਂ ਹੀ ਭੋਲਾ ਸੀ ਸਮਝ ਨਹੀਂ ਸਕਿਆ ਕਿ ਰਜਨੀ ਉਸ ਨੂੰ ਕੀ ਸਮਝਾਉਣਾ ਚਾਹੁੰਦੀ ਸੀ। ਉਸ ਨੇ ਕਿਹਾ, ਤੇਰਾ ਮਤਲਬ ਉਹਨਾਂ ਵਚਨਾਂ ਤੋਂ ਹੈ ਜਿਨ੍ਹਾਂ ਦਾ ਪਾਲਣ ਕਰਨ ਲਈ ਮੇਰੇ ਪਿਤਾ ਜੀ ਨੇ ਮੈਨੂੰ। ਰਜਨੀ ਨੇ ਵਿਚਾਲੇ ਹੀ ਟੋਕਦੇ ਕਿਹਾ, ਹਾਂ ਮੈਂ ਉਹੀ ਕਹਿਣ ਜਾ ਰਹੀ ਹਾਂ। ਜਦੋਂ ਉਹਨਾਂ ਨੇ ਇਹ ਕਿਹਾ ਕਿ ਤੈਨੂੰ ਧੁੱਪ ਵਿੱਚ ਦੁਕਾਨ ਨਹੀਂ ਜਾਣਾ ਤਾਂ ਉਹਨਾਂ ਦਾ ਮਤਲਬ ਸੀ ਕਿ ਤੁਸੀਂ ਸੂਰਜ ਉੱਗਣ ਤੋਂ ਪਹਿਲਾਂ ਆਪਣੀ ਦੁਕਾਨ ਖੋਲ੍ਹਣੀ ਹੈ ਤੇ ਸੂਰਜ ਛਿਪਣ ਤੋਂ ਬਾਅਦ ਦੁਕਾਨ ਬੰਦ ਕਰਕੇ ਘਰ ਵਾਪਸ ਆਉਣਾ ਹੈ। ਅਸਲ ਵਿੱਚ ਉਹ ਚਾਹੁੰਦੇ ਸੀ ਕਿ ਤੁਸੀਂ ਸਾਰਾ ਦਿਨ ਦੁਕਾਨ ਵਿੱਚ ਰਹੋ, ਪਰ ਤੁਸੀਂ ਕੀ ਕਰ ਦਿੱਤਾ? ਤੁਸੀਂ ਤਾਂ ਘਰ ਤੋਂ ਦੁਕਾਨ ਤੱਕ ਪੂਰੀ ਗਲੀ ਵਿੱਚ ਟੈਂਟ ਲਗਵਾ ਦਿੱਤਾ ਤੇ ਇੰਨਾ ਸਾਰਾ ਪੈਸਾ ਬਰਬਾਦ ਕਰ ਦਿੱਤਾ। ਤੁਸੀਂ ਕਿੰਨੇ ਮੂਰਖ ਨਿਕਲੇ। ਫਿਰ ਬੋਲੀ, ਉਹਨਾਂ ਕਿਹਾ ਕਿ ਤੈਨੂੰ ਸਿਰਫ ਚੌਲ ਹੀ ਖਾਣੇ ਹਨ। ਇਹ ਕਿਹਾ ਸੀ ਨਾ। ਉਹ ਚਾਹੁੰਦੇ ਸੀ ਕਿ ਤੈਨੂੰ ਜ਼ਰੂਰਤ ਦੇ ਹਿਸਾਬ ਨਾਲ ਹੀ ਖਾਣਾ ਚਾਹੀਦਾ ਹੈ। ਭੋਜਨ ਵਿੱਚ ਅੰਟ ਸੰਟ ਖਾਣ ਦੀ ਬੁਰੀ ਆਦਤ ਨਹੀਂ ਹੋਣੀ ਚਾਹੀਦੀ। ਜਦੋਂ ਤੁਹਾਡੇ ਦੋਸਤਾਂ ਨੇ ਭੋਜਨ ਕਰਨ ਲਈ ਸੱਦਿਆ ਸੀ ਉਦੋਂ ਤੁਸੀਂ ਸਵਰਗੀ ਪਿਤਾ ਦੇ ਨਾਂ ਤੇ ਉਹਨਾਂ ਦਾ ਸੱਦਾ ਠੁਕਰਾ ਦਿੱਤਾ ਸੀ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ। ਹੁਣ ਸੰਦੀਪ ਉਸ ਤੇ ਧਿਆਨ ਨਾਲ ਨਜ਼ਰ ਪਾਉਂਦੇ ਹੋਏ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਪਿਤਾ ਜੀ ਦੇ ਤੀਜੇ ਵਚਨ ਵਿੱਚ ਕੀ ਕਹੇਗੀ। ਰਜਨੀ ਨੇ ਸਮਝਾਇਆ, ਤੁਹਾਡੇ ਪਿਤਾ ਜੀ ਸਿਰਫ ਇਹ ਦੱਸਣਾ ਚਾਹੁੰਦੇ ਸੀ ਕਿ ਤੁਸੀਂ ਆਪਣੀ ਪਤਨੀ ਨੂੰ ਬੜੇ ਪਿਆਰ ਨਾਲ ਰੱਖੋ। ਜੇ ਤੁਸੀਂ ਆਪਣੀ ਪਤਨੀ ਨੂੰ ਓਨੇ ਹੀ ਪਿਆਰ ਨਾਲ ਦੇਖੋਗੇ ਜਿੰਨੇ ਪਿਆਰ ਨਾਲ ਤੁਸੀਂ ਪਹਿਲੇ ਦਿਨ ਦੇਖਿਆ ਸੀ ਤਾਂ ਹਰ ਰੋਜ਼ ਤੁਹਾਨੂੰ ਨਵੀਂ ਪਤਨੀ ਦੀ ਤਰ੍ਹਾਂ ਹੀ ਦਿਖੇਗੀ। ਸੰਦੀਪ ਖੁਸ਼ੀ ਨਾਲ ਮੁਸਕਰਾ ਪਿਆ। ਰਜਨੀ, ਤੂੰ ਤਾਂ ਮੇਰੀ ਕਲਪਨਾ ਤੋਂ ਵੀ ਜ਼ਿਆਦਾ ਬੁੱਧੀਮਾਨ ਨਿਕਲੀ। ਠੀਕ ਹੈ, ਹੁਣ ਮੈਂ ਤੈਨੂੰ ਕਦੇ ਵੀ ਤੇਰੇ ਘਰ ਵਾਪਸ ਨਹੀਂ ਭੇਜਾਂਗਾ ਤੇ ਤੂੰ ਹਮੇਸ਼ਾ ਲਈ ਮੇਰੀ ਪਿਆਰੀ ਪਤਨੀ ਬਣੀ ਰਹੇਂਗੀ। ਸੰਦੀਪ ਤੇ ਰਜਨੀ 8ਵੇਂ ਦਿਨ ਤੋਂ ਸੁਖੀ ਤੇ ਸੰਪੰਨ ਜੀਵਨ ਜੀਣ ਲੱਗੇ। ਇਸ ਕਹਾਣੀ ਦਾ ਉਦੇਸ਼ ਇਹ ਹੈ ਕਿ ਇਨਸਾਨ ਦਾ ਜ਼ਰੂਰਤ ਤੋਂ ਜ਼ਿਆਦਾ ਭੋਲਾਪਨ ਵੀ ਨੁਕਸਾਨਦੇਹ ਹੁੰਦਾ ਹੈ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।